एहो दरस मन चाओ भगत एहो मन ठहरावै। भले ओ चराग अंधियार में सब कल उदरी एक नाम धर्म। प्रगट सगल हर भवन में जन नानक गुर पार ब्रह्म। प्रगट सगल हर भवन में जन नानक गुर पार ब्रह्म। पंज प्याले पंज पीर छठम पीर बैठा गुर भारी। अर्जन काया पलट कर मूरत हर गोबिंद सवारी। चली पीढ़ी सोढ़ियाँ रूप दिखावन वारो वारी। दल भंजन गुर सूरमा वड जोधा बहु पर उपकारी। दल भंजन गुर सूरमा गुर सूरमा। दल भंजन दल भंजन गुर सूरमा वड जोधा बहु पर उपकारी। हम अवगुण भरे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत लगाई। एक उत्तम पंथ सुनो गुर संगत। तेह मिलंत जम त्रास मिटाई। एक अरदास पाठ कीरत की। गुर रामदास राखो शरणाई। सो कहो टल गुर सेविया अहनस सहज शोभाए। दर्शन परसे गुरु का जन्म मरण दुख जाए। होवै सिफत संबंधी नूर यार सोह कुर सोह चट्टिया। तुद डिठे सच्चे पातशाह। मल जन्म जन्म दी कट्टिया। सज्जन सच्चा पातशाह। सिर शाह शाहो। जिस पास बैठया सोहिया। सबना दावे साहो। सतनाम श्री वाहिगुरु साहिब जी। बिलावला महल्ला पंजवा। मात पिता सुत बंदप पाई। नानक होआ पार ब्रह्म सहाई। मात पिता सुत बंदप पाई। नानक होआ पार ब्रह्म सहाई। सुख सहज आनंद कणे। गुरपुरा पूरे जाकी बाणी।
ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ। ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੈ ਗੁਰ ਆਣਿਆ। ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੈ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਨ ਦੁਨੀਆ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਨੌਵੇਂ ਗੁਰਦੇਵ ਤਿਲਕ ਤੇ ਜੰਜੂ ਦੇ ਰਾਖੇ ਮੇਰਾਂ ਦੇ ਸਾਈਂ ਪਰਮ ਦਿਆਲੂ ਕਿਰਪਾਲੂ 9 ਨਿਧੀਆਂ 18 ਸਿੱਧੀਆਂ ਦੇ ਦਾਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਮਹੀਨਾਵਾਰੀ ਪੰਚਮੀ ਦੇ ਜੋੜ ਮੇਲਿਆਂ ਤੇ ਹਾਜ਼ਰੀਆਂ ਭਰ ਰਹੇ गुरु की साजी और नवाजी हुई गुरु का खास रूप गुरु खालसा साध संगत जीओ सतगुरां दी बख्शिश हुई है। गुरुदेव दी किरपा वरती है कि सतगुरां दे पावन स्थानां ते पंचमी वाले दिन हाजरियां भर रहे हैं। बाहर परिक्रमा विच सरोवर दे कंढे और दरबार साहब विच नमस्कार कर रही संगत नूं बेनती है कि जिथे आप जी सतगुरां दे पावन स्थानां दे दर्शन परसण आए हो सरोवर विच इशनान करके नौवें पातशाह धन गुरु तेग बहादुर साहब जी की किरपा दे पात्र बन रहे हो। ਉੱਥੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਦੀਵਾਨ ਹਾਲ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਸ਼ਬਦ ਦੀ ਕਥਾ ਜੋ ਅੰਮ੍ਰਿਤ ਵੇਲੇ ਸਤਿਗੁਰੂ ਨੌਵੇਂ ਗੁਰਦੇਵ ਨੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਦੀ ਕਥਾ ਸਰਵਣ ਕਰਕੇ ਆਪਣਾ ਸਮਾਂ ਸਫਲ ਬਣਾਓ ਕਿਉਂਕਿ ਜਿੱਥੇ ਸਰੀਰ ਦੇ ਇਸ਼ਨਾਨ ਦੀ ਗੱਲ ਹੈ ਉੱਥੇ ਨਾਲ ਸੁਰਤੀ ਦੇ ਇਸ਼ਨਾਨ ਦਾ ਹੁਕਮ ਸਤਿਗੁਰਾਂ ਨੇ ਕੀਤਾ ਹੈ। ਸਾਡੇ ਮਨ ਦਾ ਸਾਡੀ ਸੁਰਤੀ ਦਾ ਇਸ਼ਨਾਨ ਜਦੋਂ ਅਸੀਂ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ ਗੁਰਬਾਣੀ ਦੀ ਕਥਾ ਸੁਣਦੇ ਹਾਂ ਫਿਰ ਹੁੰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕਥਾ ਦੇ ਵਿੱਚ ਆ ਕੇ ਕੀਰਤਨ ਵਿੱਚ ਆ ਕੇ ਸੁਰਤੀ ਦਾ ਇਸ਼ਨਾਨ ਹੁੰਦਾ ਹੈ ਮਨਾਂ ਦਾ ਇਸ਼ਨਾਨ ਹੁੰਦਾ ਹੈ। ਤਨ ਦੇ ਇਸ਼ਨਾਨ ਨਾਲ ਮਨ ਦਾ ਇਸ਼ਨਾਨ ਵੀ ਜ਼ਰੂਰੀ ਹੈ। ਇਸ ਕਰਕੇ ਜਿੰਨੀਆਂ ਸੰਗਤਾਂ ਇਹ ਬਾਹਰ
ਜਿਨ੍ਹਾਂ ਨੇ ਇਸ਼ਨਾਨ ਪਾਨ ਕਰ ਲਏ ਨੇ, ਉਸ ਦਰਬਾਰ ਵਿੱਚ ਆ ਜਾਓ, ਦੀਵਾਨ ਹਾਲ ਵਿੱਚ ਆ ਕੇ ਦੀਵਾਨ ਸਜਾਓ ਔਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸਰਵਣ ਕਰੋ। ਸਾਡੇ ਵੱਡੇ ਭਾਗ ਨੇ ਕਿ ਸਾਨੂੰ ਗੁਰਬਾਣੀ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕਲੀ ਕਾਲ ਦਾ ਸਮਾਂ ਹੈ, ਜਿਨ੍ਹਾਂ ਦੇ ਤਨਾਂ ਚੋਂ ਗੁਰੂ ਕੀ ਬਾਣੀ ਵਿਸਰ ਜਾਂਦੀ ਹੈ। ਸਾਹਿਬ ਜੀ ਦੇ ਬਚਨ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਨ੍ਹਾਂ ਦੇ ਸਰੀਰਾਂ ਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਉਹ ਇਉਂ ਵਿਰਲਾਪ ਕਰਦੇ ਨੇ ਜਿਵੇਂ ਕੋਈ ਕੋਹੜੀ ਵਿਰਲਾਪ ਕਰਦਾ ਹੁੰਦਾ ਹੈ। ਪੱਕਾ ਰੋਗ ਕਹਿੰਦੇ ਨੇ ਕੋਹੜੀ, ਜਿਵੇਂ ਕੈਂਸਰ ਦੀ ਬਿਮਾਰੀ ਹੋ ਜਾਏ ਨਾ, ਕਿਸੇ ਸਰੀਰ 'ਚ ਫੋੜਾ ਹੋ ਜਾਏ ਤੇ ਉਹ ਫੋੜੇ ਦੇ ਨਾਲ ਮਾਸ ਗਲ ਜਾਏ, ਉਸ ਮਾਸ ਨੂੰ ਕੱਟ ਕੇ ਬਾਹਰ ਕੱਢਦੇ ਨੇ, ਫਿਰ ਕਿਸੇ ਹੋਰ ਮਾਸ ਦਾ ਟੁਕੜਾ ਵਿੱਚ ਭਰਦੇ ਐ, ਉਹ ਵੀ ਗਲ ਜਾਂਦਾ, ਫਿਰ ਕੱਢਦੇ ਆ, ਫਿਰ ਹੋਰ ਭਰਦੇ ਐ, ਤੇ ਉਸ ਲੰਮੇ ਸਮੇਂ ਤੋਂ ਬਾਅਦ ਫਿਰ ਉਹ ਰੋਗ ਜਿਹੜਾ ਉਹ ਬੜਾ ਭਿਆਨਕ ਨਸੂਰ ਬਣ ਜਾਂਦਾ, ਉਹਨੂੰ ਪੱਕਾ ਰੋਗ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਸਰੀਰਾਂ ਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ ਨਾ, ਉਹ ਇਸ ਤਰ੍ਹਾਂ ਪੱਕੇ ਰੋਗੀ ਵਾਂਗੂ ਵਿਰਲਾਪ ਕਰਦੇ ਹੈ। ਉਹਨਾਂ ਦੀ ਜ਼ਿੰਦਗੀ ਇਦਾਂ ਦੇ ਪੱਕੇ ਰੋਗ ਦੇ ਸਹਿਤ ਦੁੱਖਾਂ ਵਿੱਚ, ਪਰੇਸ਼ਾਨੀਆਂ ਤੇ ਚਿੰਤਾਵਾਂ ਦੇ ਵਿੱਚ ਬਤੀਤ ਹੁੰਦੀ ਹੈ। ਤੋ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ ਤੇ ਗੁਰਬਾਣੀ ਵਿਚਾਰੀਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਸਾਰਿਆਂ ਨੂੰ ਹੁਕਮ ਹੈ। ਅੱਜ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ, ਜੋ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਨੇ ਇਸ ਮਾਤ ਲੋਕ ਦੀ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਕੌਣ ਹੋ? ਜੇ ਕੋਈ ਸਵਾਲ ਕਰੇ 6ਵੇਂ ਪਾਤਸ਼ਾਹ ਕੌਣ ਨੇ, ਤਾਂ ਮਹਾਂਪੁਰਸ਼ ਗੁਰਸਿੱਖ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਜੋ ਇਸ ਮਾਤ ਲੋਕ ਦੀ ਧਰਤੀ ਤੇ ਮਨੁੱਖੀ ਜਾਮਾ ਧਾਰਨ ਕਰਕੇ ਆਏ। ਸਾਡੇ ਵਰਗੇ ਜੀਵਾਂ ਦੀ ਬੰਦ ਖਲਾਸੀ ਕਰਨੀ ਸੀ, ਤਦੇ ਪ੍ਰਗਟ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ। ਪਿਤਾ ਗੁਰੂ ਅਰਜਨ ਦੇਵ ਸਾਹਿਬ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਉਦਰ ਤੋਂ ਬਚਪਨ ਵਿੱਚ, ਬਾਲ ਅਵਸਥਾ ਵਿੱਚ ਹੀ ਸਨ ਮਹਾਰਾਜ 6ਵੇਂ ਪਾਤਸ਼ਾਹ, ਜਦੋਂ ਤਿਨਾਂ ਦੇ ਪਿਤਾ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜੋਤੀ ਜੋਤ ਸਮਾ ਗਏ। ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਬਾਅਦ ਗੁਰਤਾ ਗੱਦੀ ਦੇ ਰੱਥ ਤੇ 6ਵੇਂ ਪਾਤਸ਼ਾਹ ਸਵਾਰ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਗਰੀਬ ਨਵਾਜ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ, ਕਿਉਂਕਿ ਜਿੱਥੇ ਗੁਰੂ ਘਰ ਵਿੱਚ ਪੀਰੀ ਦਾ ਸਿਧਾਂਤ ਸੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰੀ ਦੇ ਨਾਲ ਮੀਰੀ ਲਿਆਂਦੀ ਹੈ। ਕਿਉਂਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਿਆ ਕਰਦੇ, ਸਤਿਗੁਰੂ ਜੀ ਜਾਣਦੇ ਸਨ। ਕਿਉਂਕਿ ਜਿਸ ਦਾ ਰਾਜ ਹੋਵੇ ਸੁਪਨਾ ਵੀ ਉਸੇ ਦਾ ਸੱਚ ਹੁੰਦਾ ਹੈ, ਜਿਸ ਦਾ ਰਾਜ ਹੋਵੇ ਧਰਮ ਵੀ ਉਸੇ ਦਾ ਚੱਲਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਪੀਰੀ ਦੇ ਸਿਧਾਂਤ ਨਾਲ ਮੀਰੀ ਦਾ ਸਿਧਾਂਤ ਗੁਰੂ ਘਰ ਵਿੱਚ ਲਿਆਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸਤਿਗੁਰੂ ਜੀ ਨੇ ਗਾਤਰੇ ਧਾਰਨ ਕੀਤੀਆਂ ਔਰ ਹੁਕਮ ਕੀਤਾ ਕਿ ਸਿੱਖ ਹੁਣ ਰਾਜ ਕਰਨ ਦਾ ਸੰਕਲਪ ਵੀ ਰੱਖਦਾ ਹੈ। ਔਰ ਰਾਜ ਕਿਹੜਾ? ਹਲੇਮੀ ਰਾਜ, ਜਿਸ ਵਿੱਚ ਹਰ ਇੱਕ ਪ੍ਰਾਣੀ ਮਾਤਰ ਨੂੰ ਬਰਾਬਰਤਾ ਦਾ ਹੱਕ ਹੈ, ਹਰ ਇੱਕ ਪ੍ਰਾਣੀ ਮਾਤਰ ਦੇ ਨਾਲ ਇਨਸਾਫ ਹੋਣ ਦੀ ਬਿਰਤੀ ਹੈ। ਐਸੇ ਹਲੇਮੀ ਰਾਜ ਨੂੰ ਸਤਿਗੁਰੂ 6ਵੇਂ ਪਾਤਸ਼ਾਹ ਕਾਇਮ ਕਰਨਾ ਚਾਹੁੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ
ਮੀਰੀ ਦਾ ਸੰਕਲਪ ਧਾਰਨ ਕੀਤਾ, ਉਸੇ ਵੇਲੇ ਸਮੇਂ ਦੀਆਂ ਸਰਕਾਰਾਂ ਵਿਰੋਧੀ ਹੋ ਗਈਆਂ। ਦੁਸ਼ਮਣਾਂ ਨੇ 4 ਵੇਰੀ ਫੌਜਾਂ ਭੇਜੀਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੇ, ਇਹ ਦਬ ਜਾਣ, ਇਹ ਮੀਰੀ ਦਾ ਸੰਕਲਪ ਆਪਣੇ ਹਿਰਦੇ ਚੋਂ ਛੱਡ ਦੇਣ। ਤਾਂ ਮਹਾਰਾਜ 6ਵੇਂ ਪਾਤਸ਼ਾਹ ਨੇ ਉਹਨਾਂ 4 ਜੰਗਾਂ ਦੇ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਕੇ 4 ਦੇ 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਉਹਨਾਂ ਵਿੱਚ ਫਤਿਹ ਦੇ ਨਿਸ਼ਾਨ ਝੁਲਾਏ। ਤਿਆਰ ਬਰ ਤਿਆਰ ਫੌਜਾਂ ਸਾਜੀਆਂ, ਬੜੇ ਬੜੇ ਸੂਰਬੀਰ ਬਹਾਦਰ ਯੋਧੇ ਮਹਾਰਾਜ 6ਵੇਂ ਪਾਤਸ਼ਾਹ ਨੇ ਆਪਣੇ ਪਾਸ ਭਰਤੀ ਕੀਤੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ਸਤਰਧਾਰੀ ਬਿਰਤੀ ਦਾ ਪ੍ਰਚਾਰ ਪ੍ਰਸਾਰ ਕੀਤਾ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਵਕਤ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕੀਤੇ ਗਏ, 52 ਰਾਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਆਏ। 52 ਦੇ 52 ਰਾਜਿਆਂ ਦੀ ਬੰਦ ਖਲਾਸੀ ਸਤਿਗੁਰੂ 6ਵੇਂ ਪਾਤਸ਼ਾਹ ਨੇ ਕੀਤੀ। ਇਹ ਬੜਾ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਉਪਕਾਰ ਹੈ। ਤਦੇ ਭਾਈ ਗੁਰਦਾਸ ਜੀ ਨੇ ਜਿੱਥੇ ਸਤਿਗੁਰਾਂ ਨੂੰ ਦਲ ਭੰਜਨ ਲਿਖਿਆ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਸੂਰਮਾ ਲਿਖਿਆ, ਉੱਥੇ ਉਹ ਨਾਲ ਕਹਿੰਦੇ ਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਰਉਪਕਾਰੀ ਵੀ ਨੇ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ, ਬਹੁ ਪਰਉਪਕਾਰੀ। ਯੋਧਾ ਵੀ ਹੋਵੇ ਤੇ ਪਰਉਪਕਾਰੀ ਵੀ ਹੋਵੇ, ਦੋਵੇਂ ਗੱਲਾਂ ਨਹੀਂ ਹੁੰਦੀਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੱਡੇ ਯੋਧੇ ਵੀ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਰਉਪਕਾਰੀ ਵੀ ਨੇ। ਇਹ ਪਰਉਪਕਾਰ ਸੀ ਸਤਿਗੁਰਾਂ ਦਾ। ਕਿੱਥੇ ਨਾਨਕ ਮਤੇ ਤੱਕ ਜਾ ਕੇ ਗੁਰੂ ਨਾਨਕ ਸਾਹਿਬ ਦੇ ਸਥਾਨਾਂ ਦੀ ਮਰਿਆਦਾ ਬਹਾਲ ਕੀਤੀ। ਕਸ਼ਮੀਰ 'ਚ ਜਾ ਕੇ ਮਾਈ ਭਾਗ ਭਰੀ ਨੂੰ ਕਿਰਤਾਰਥ ਕੀਤਾ। ਗੁਜਰਾਤ ਦੇ ਇਲਾਕੇ 'ਚ ਜਾ ਕੇ ਮੀਆਂ ਦੌਲਾ ਨੂੰ ਪਾਰ ਉਤਾਰਿਆ। ਭਾਈ ਸੁਥਰੇ ਸ਼ਾਹ ਵਰਗੇ ਜਿਹੜੇ ਅਨਾਥ ਕਰਕੇ ਜ਼ਮੀਨ ਤੇ ਸੁੱਟ ਦਿੱਤੇ ਗਏ ਸਨ, ਉਹਨਾਂ ਨੂੰ ਚੁੱਕ ਕੇ ਆਪਣੇ ਗਲ ਨਾਲ ਲਾ ਕੇ ਆਪਣਾ ਪੁੱਤਰ ਬਣਾ ਕੇ ਪਾਲਿਆ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਦਾ ਜੰਗ ਲੜਨ ਤੋਂ ਬਾਅਦ ਜਦੋਂ ਕੀਰਤਪੁਰ ਸਾਹਿਬ ਆਣ ਬਿਰਾਜੇ, ਇੱਥੇ ਇੱਕ ਦਹਾਕੇ ਤੋਂ ਵੱਧ ਸਮਾਂ ਮਹਾਰਾਜ ਜੀ ਰਹੇ ਨੇ 6ਵੇਂ ਪਾਤਸ਼ਾਹ। ਇੱਥੇ ਰਹਿ ਕੇ ਬੜੇ ਜੀਵਾਂ ਦੀ ਕਲਿਆਣ ਕੀਤੀ। ਬਾਬਾ ਗੁਰਦਿੱਤਾ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹਨ, ਤੇ ਇਹਨਾਂ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਭੇਟ ਕੀਤਾ, ਜਿੱਥੋਂ ਉਦਾਸੀਆਂ ਦੇ 4 ਧੂਣੇ ਚੱਲੇ ਹਨ। ਏਦਾਂ ਬਖਸ਼ਿਸ਼ਾਂ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਭਾਈ ਬਾਲੂ ਹਸਨੇ ਵਰਗੇ ਗੁਰਸਿੱਖਾਂ ਤੇ ਪਰਉਪਕਾਰ ਕੀਤਾ। ਕੀਰਤਪੁਰ ਸਾਹਿਬ ਹੀ ਬਿਰਾਜਮਾਨ ਨੇ। ਸਤਿਗੁਰੂ ਗੁਰਦੇਵ ਨੇ ਸੱਚਖੰਡ ਜਾਣ ਦੇ ਤਿਆਰੇ ਕਰ ਲਏ, ਕਿਉਂਕਿ ਅੱਜ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਤਿਆਰਾ ਕੀਤਾ ਸਤਿਗੁਰਾਂ ਨੇ ਸੱਚਖੰਡ ਜਾਣ ਦਾ। ਧੰਨ ਗੁਰੂ ਹਰ ਰਾਏ ਸਾਹਿਬ 7ਵੇਂ ਪਾਤਸ਼ਾਹ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਕੇ ਆਪ ਗੁਰਦੇਵ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲਾ ਜਿਹੜਾ ਸਥਾਨ ਹੈ, ਇੱਥੇ ਇੱਕ ਕਮਰਾ ਬਣਵਾਇਆ। ਉਸ ਕਮਰੇ 'ਚ ਜਾਣ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਦਰਸ਼ਨ ਦਿੱਤੇ। ਮਹਾਰਾਜ ਜੀ ਦੇ ਬੜੇ ਅਨੰਨ ਸੇਵਕ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਮਹਾਨ ਕੀਰਤਨੀਏ। ਜਿੱਥੇ ਕੀਰਤਨੀਏ ਸਨ ਉੱਥੇ ਬੜੇ ਵੱਡੇ ਯੋਧੇ ਵੀ ਸਨ। ਭਾਈ ਸਾਹਿਬ ਭਾਈ ਬਾਬਕ ਜੀ ਕਹਿਣ ਲੱਗੇ, ਮਹਾਰਾਜ ਤੁਸਾਂ ਨੇ ਸੱਚਖੰਡ ਜਾਣਾ, ਪਰ ਮੈਂ ਆਪ ਜੀ ਤੋਂ ਪਹਿਲਾਂ ਇਹ ਸਰੀਰ ਤਿਆਗ ਦਿਆਂ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਭਾਈ ਸਾਹਿਬ ਭਾਈ ਬਾਬਕ ਜੀ ਨੇ ਮਹਾਰਾਜ ਜੀ ਦੇ ਸਨਮੁਖ ਆਪਣਾ ਸਰੀਰ ਤਿਆਗਿਆ। ਭਾਈ ਸਾਹਿਬ ਭਾਈ ਜਾਤੀ ਮਲਕ ਜੀ ਵੀ ਸੱਚਖੰਡ ਗਮਨ ਕਰ ਗਏ। ਕੁਝ ਸਮਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੰਨ ਸੇਵਕ, ਜਿਨ੍ਹਾਂ ਨੂੰ ਗੁਰਦੇਵ ਨੇ ਆਪਣਾ ਸੀਨਾ ਹੋਣ ਦਾ ਮਾਣ ਬਖਸ਼ਿਆ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਬਾਬਾ ਬਿਧੀ ਚੰਦ ਸਾਹਿਬ ਜੀ ਵੀ ਦਿਓਨਗਰ ਯੂਪੀ 'ਚ ਜਾ ਕੇ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਉਹ ਵੀ ਬਾਬਾ ਸੁੰਦਰ ਸ਼ਾਹ ਜੀ ਦੇ ਸਮੇਤ ਸੱਚਖੰਡ ਗਮਨ ਕਰ ਗਏ ਸਨ। 6ਵੇਂ ਪਾਤਸ਼ਾਹ ਨੇ ਤਿਆਰੇ ਕੀਤੇ। ਸੰਗਤ ਵਿੱਚ ਬੜਾ ਵਿਰਾਗ ਹੈ।
ਬਹੁਤ ਜ਼ਿਆਦਾ ਭਾਰੀ ਵੈਰਾਗ ਦੇ ਵਿੱਚ ਸੰਗਤ ਬੇਬਲ ਹੈ। ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ ਆਪਣੇ ਮੁਖੋਂ ਸ਼ਬਦ ਉਚਾਰਨ ਕਰਕੇ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਪਾਵਨ ਸ਼ਬਦ ਜਦੋਂ ਮਹਾਰਾਜ ਜੀ ਨੇ ਉਚਾਰਿਆ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ, ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ। ਇਹ ਸ਼ਬਦ ਉਚਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਾਰੀ ਸੰਗਤ ਨੂੰ ਉਪਦੇਸ਼ ਦੇ ਕੇ ਨਿਵਾਜਿਆ ਕਿ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ 'ਚ ਜੇ ਕੋਈ ਮੰਗ ਮੰਗਣੀ ਹੈ ਤੇ ਹੇ ਗੁਰੂ ਕੀ ਸੰਗਤ, ਅਕਾਲ ਪੁਰਖ ਦੇ ਚਰਨਾਂ 'ਚੋਂ ਹਰੀ ਦਾ ਜਸ ਮੰਗਣਾ ਹੈ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਕੀਰਤੀ ਮੰਗਣੀ ਹੈ। ਜੇ ਜਾਗਣਾ ਸਭ ਤੋਂ ਸ੍ਰੇਸ਼ਟ ਹੈ ਤਾਂ ਉਹ ਜਾਗਦੇ ਤਾਂ ਵਿਸ਼ਈ ਵੀ ਨੇ, ਵਿਕਾਰ ਭੋਗਦੇ ਐ। ਜਾਗਦੇ ਚੋਰ ਵੀ ਨੇ ਜਿਹੜੇ ਚੋਰੀਆਂ ਕਰਦੇ ਐ। ਜਾਗਦੇ ਜਿਹੜੇ ਅਵਾਰਾ ਗਰਦੀਆਂ ਕਰਨੀਆਂ ਹੁੰਦੀਆਂ, ਜਿਨ੍ਹਾਂ ਰਾਤਾਂ ਬਰਾਤਾਂ ਨੂੰ ਮਾੜੇ ਭੈੜੇ ਕੰਮ ਕਰਨੇ ਹੁੰਦੇ ਆ, ਜਾਗਦੇ ਉਹ ਵੀ ਐ। ਖਾਲਸਾ ਜੀ, ਜਾਗਣ ਵਿੱਚੋਂ ਸਭ ਤੋਂ ਭਲਾ ਜਾਗਣਾ ਜਦੋਂ ਤੁਸੀਂ ਪਰਮੇਸ਼ਰ ਦਾ ਕੀਰਤਨ ਕਰਦਿਆਂ ਸੁਣਦਿਆਂ ਜਾਗਦੇ ਹੋ। ਕੀਰਤਨ ਵਿੱਚ ਜਾਗਣਾ ਭਲਾ ਹੈ, ਪਰ ਕਰੀਏ ਕੀ? ਸਾਨੂੰ ਤਾਂ ਨੀਂਦ ਹੀ ਕੀਰਤਨ ਕਥਾ ਵਿੱਚ ਆਉਂਦੀ ਹੈ। ਸਭ ਤੋਂ ਭਲਾ ਜਾਗਣਾ ਹੈ ਕਥਾ ਕੀਰਤਨ ਵਿੱਚ ਜਾਗਣਾ, ਪਾਰ ਬ੍ਰਹਮ ਪਰਮੇਸ਼ਰ ਦੀ ਕੀਰਤੀ ਵਿੱਚ ਜਾਗਣਾ। ਤੇ ਅਸੀਂ ਜਦੋਂ ਕਥਾ ਕੀਰਤਨ ਹੁੰਦਾ ਹੋਵੇ ਉੱਥੇ ਆਪਣੀ ਨੀਂਦ ਪੂਰੀ ਕਰਨ ਲੱਗ ਪੈਂਦੇ ਆ। ਤਿਆਰ ਬਰ ਤਿਆਰ ਹੋਇਆ ਕਰੀਏ। ਜਦੋਂ ਕਥਾ ਕੀਰਤਨ ਸੁਣੀਏ ਉਦੋਂ ਲੱਕ ਦੀ ਹੱਡੀ ਸਿੱਧੀ ਕਰਕੇ ਬੈਠ ਜਾਓ। ਆਪਣੇ ਸਰੀਜੇ ਨੇਤਰ ਬੰਦ ਕਰਕੇ ਨੀਂਦ ਆਉਂਦੀ ਹੈ ਤਾਂ ਖੋਲ ਕੇ ਬੈਠ ਜਾਓ। ਤੋ ਜਾਗਣਾ ਭਲਾ ਹੈ ਕਥਾ ਤੇ ਕੀਰਤਨ ਵਿੱਚ। ਇੱਕ ਸੱਜਣ ਉਹ ਕਥਾ ਵਿੱਚ ਨਹੀਂ ਸੀ ਜਾਂਦਾ, ਇੱਕ ਦਿਨ ਚਲਾ ਗਿਆ, ਉੱਥੇ ਜਾ ਕੇ ਸੌਂ ਗਿਆ। ਕਈ ਤਾਂ ਸੌਂਦੇ ਐ, ਕਈ ਤਾਂ ਸੌਂਦੇ ਸੌਂਦੇ ਇੱਥੋਂ ਤੱਕ ਅੱਗੇ ਪਹੁੰਚ ਜਾਂਦੇ ਆ ਵੀ ਸੁਪਨਾ ਵੀ ਵੇਖਣ ਲੱਗ ਪੈਂਦੇ ਆ ਵੀ ਨਾਲੇ ਕਥਾ ਕੀਰਤਨ ਸੁਣਦੇ ਆ ਸੌਂ ਗਏ, ਸੁੱਤੇ ਸੁੱਤੇ ਸੁਪਨਾ ਵੀ ਵੇਖਣ ਲੱਗ ਪੈਂਦੇ ਆ। ਉਹ ਸੱਜਣ ਸੁਪਨਾ ਵੇਖਣ ਲੱਗ ਪਿਆ, ਬਜਾਜ ਦਾ ਕੰਮ ਕਰਦਾ ਸੀ, ਕੱਪੜਾ ਵੇਚਦਾ ਸੀ। ਦਿਨੇ ਨੇਤਰ ਬੰਦ ਕੀਤੇ ਤੇ ਸੁਪਨਾ ਆ ਗਿਆ। ਸੁਪਨੇ ਵਿੱਚ ਗਾਹਕ ਆਇਆ ਦੁਕਾਨ ਤੇ ਗਾਹਕ ਨੇ ਆ ਕੇ ਕੱਪੜਾ ਮੰਗਿਆ। ਇਹਨੇ ਆਖਿਆ ਵੀ 5 ਰੁਪਏ ਮੀਟਰ ਹੈ। ਉਹ ਆਖੇ ਨਹੀਂ ਮੈਂ ਤਾਂ 4.5 ਰੁਪਏ ਦੇਣੇ। ਕਹਿੰਦਾ ਨਹੀਂ ਮੇਰੀ ਇੰਨੀ ਲਾਗਤ ਵੀ ਨਹੀਂ। ਕਹਿੰਦਾ ਨਹੀਂ ਮੈਂ ਤਾਂ ਦੇਣੇ ਹੀ 4.5 ਹੈ। ਜਦੋਂ ਜਾਣ ਲੱਗਾ ਤੇ ਉਹਨੂੰ ਕਹਿੰਦਾ ਉਹ ਠਹਿਰ ਠਹਿਰ, 4.5 ਚ ਤੈਨੂੰ ਦੇ ਦੇਣਾ। ਏਦਾਂ ਕਰਕੇ 4.5 ਦੇ ਵਿੱਚ ਹੀ ਕੱਪੜਾ ਪਾੜ ਦਿੱਤਾ 4.5 ਰੁਪਏ ਦਾ। ਉਹ ਕਹਿੰਦੇ ਪਾੜਿਆ ਕੱਪੜਾ ਕਿਹੜਾ ਸੀ? ਅਗਲੇ ऐसे ऐसे करत को अगले भगत को कुड़ता दीनो फार। ਅੱਗੇ ਜਿਹੜਾ ਕੋਈ ਬੈਠਾ ਸੀ ਉਹਦਾ ਲੰਮਾ ਕੁੜਤਾ ਸੀ, ਮੇਰੇ ਵਾਂਗੂ ਪਾਇਆ ਚੋਲਾ, ਉਹ ਇਹਦੇ ਹੱਥ ਵਿੱਚ ਆ ਗਿਆ। ਇਹਨੇ ਉਹੀ ਇਦਾਂ ਕਰਕੇ ਪਾੜ ਦਿੱਤਾ। ਉਹ ਆਖੇ ਉਹ ਤੂੰ ਇਹ ਮੇਰਾ ਕੱਪੜਾ ਪਾੜ ਦਿੱਤਾ। ਕਹਿੰਦਾ ਗਾਹਕ ਟੁਰ ਜਾਣਾ ਸੀ, ਉਹ ਗਾਹਕ ਨੂੰ ਵੀ ਤਾਂ ਕੱਪੜਾ ਦੇ ਕੇ ਭੇਜਣਾ ਸੀ ਨਾ। ਉਹ ਕਹਿੰਦਾ ਉਹ ਗਾਹਕ ਇੱਥੇ ਕਿੱਥੇ ਆ ਗਿਆ? ਫਿਰ ਅੱਖਾਂ ਖੋਲੀਆਂ, ਕਹਿੰਦਾ ਉਹ ਭੁਲੇਖਾ ਹੋ ਗਿਆ। ਇੱਦਾਂ ਦੇ ਵੀ ਸੱਜਣ ਹੁੰਦੇ ਐ ਵੀ ਕਥਾ ਕੀਰਤਨ ਦੇ ਵਿੱਚ ਆ ਕੇ ਆਪਣੀ ਨੀਂਦ ਪੂਰੀ ਕਰਨੀ ਹੁੰਦੀ ਹੈ। ਖਾਲਸਾ ਜੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਅੱਜ ਦੇ ਦਿਨ ਹੁਕਮ ਕੀਤਾ। ਆਖਿਆ ਭਾਈ ਜਾਗਣਾ ਵਿੱਚ ਉਹ ਜਾਗਣਾ ਭਲਾ ਹੈ ਜਿਹੜਾ ਹਰੀ ਦੇ ਕੀਰਤਨ ਵਿੱਚ ਜਾਗਣਾ। ਹਰੀ ਦੀ ਕੀਰਤੀ ਸੁਣਦਿਆਂ, ਹਰੀ ਦਾ ਕੀਰਤਨ ਸੁਣਦਿਆਂ, ਹਰੀ ਦੀ ਕਥਾ ਸੁਣਦਿਆਂ ਜਾਗਣਾ, ਇਹ ਜਾਗਣਾ ਪ੍ਰਵਾਨ ਹੈ, ਇਹ ਜਾਗਣਾ ਭਲਾ ਹੈ, ਇਹ ਜਾਗਣਾ ਸਤਿਗੁਰੂ ਜੀ ਨੇ ਸਵੀਕਾਰ ਕੀਤਾ। ਇਹ ਹੁਕਮ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ। ਪਤਾਲਪੁਰੀ ਸਾਹਿਬ ਵਿਖੇ ਮਹਾਰਾਜ ਜੀ ਬਿਰਾਜ ਗਏ। ਆਖਿਆ ਸੁਬਾਹ ਅੰਮ੍ਰਿਤ ਵੇਲੇ ਗੁਰੂ ਹਰ ਰਾਏ ਸਾਹਿਬ ਦਰਵਾਜ਼ਾ ਖੋਲਣਗੇ। ਆ ਜਿਹੜੀ ਰਾਤ ਲੰਘ ਕੇ ਗਈ ਹੈ, ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਚਖੰਡ ਗਏ। ਆਕਾਸ਼ ਵਿੱਚ ਬਿਬਾਨ ਆਏ ਨੇ, ਚਮਕ ਹੋਈ ਹੈ।
ਥੋੜੀ ਜੀ ਲੋ ਲੱਗੀ ਤੇ ਸਤਵੇਂ ਪਾਤਸ਼ਾਹ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਢਾਸਣਾ ਲੱਗਾ ਹੋਇਆ ਕੰਧ ਨਾਲ ਪਿੱਛੇ। ਦਸਮ ਦੁਆਰ ਵਿੱਚੋਂ ਆਪਣੇ ਸਵਾਸ ਕੱਢੇ, ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਪਾਤਸ਼ਾਹ ਦੇ ਪਾਵਨ ਸਰੀਰ ਦਾ ਇਸ਼ਨਾਨ ਪਾਨ ਕਰਵਾਇਆ। ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਆਪਣੇ ਪਿਤਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਰੀਰ ਦੇ ਅੰਗੀਠੇ ਨੂੰ ਅਗਨ ਭੇਟ ਕੀਤਾ। ਇੰਨਾ ਪਿਆਰ ਸੀ ਸਤਿਗੁਰਾਂ ਦੇ ਨਾਲ। ਖਾਲਸਾ ਜੀ, ਇਧਰ ਹਾਂਸੀ ਦੇ ਇਲਾਕੇ ਦਾ ਇੱਕ ਰਾਜਾ ਸੀ, ਰਾਜਾ ਰਾਮ ਪ੍ਰਤਾਪ ਸਿੰਘ। ਰਾਜਾ ਰਾਮ ਪ੍ਰਤਾਪ ਸਿੰਘ ਗੁਰੂ ਸਾਹਿਬ ਨਾਲ ਪ੍ਰੇਮ ਕਰਦਾ ਸੀ, ਮਹਾਰਾਜ ਜੀ ਦੀ ਪਨਾਹ 'ਚ ਰਹਿੰਦਾ ਸੀ। ਉਹਨੇ ਵੇਖਿਆ ਕਿ ਹੁਣ ਇਹਨਾਂ ਬਿਨਾਂ ਮੇਰਾ ਕਿਹੜਾ ਆਸਰਾ ਹੈ। ਸਤਿਗੁਰਾਂ ਦੀ ਬਲਦੇ ਅੰਗੀਠੇ ਦੇ ਵਿੱਚ ਇਹਨੇ ਸਤਿਗੁਰਾਂ ਦੇ ਚਰਨਾਂ ਵਾਲੇ ਪਾਸੇ ਆਪਣਾ ਸਿਰ ਧਰਿਆ। ਸਤਿਗੁਰਾਂ ਦੇ ਅੰਗੀਠੇ ਵਿੱਚ ਹੀ ਸੜ ਕੇ ਇਹਨੇ ਆਪਣਾ ਆਪ ਦਗਦ ਕਰ ਦਿੱਤਾ। ਇਹਨੂੰ ਵੇਖ ਕੇ ਇਹਦਾ ਪੁੱਤਰ ਸੀ ਉਹ ਆਇਆ, ਉਹਨੇ ਵੀ ਜਾ ਕੇ ਸਰੀਰ ਦਾ ਵਿੱਚ ਹੀ, ਉਹਦਾ ਵੀ ਨਾਮ ਰਾਮ ਸਿੰਘ ਸੀ, ਉਹਨੇ ਆਪਣਾ ਸਰੀਰ ਵਿੱਚ ਹੀ ਅਗਨ ਭੇਟ ਕਰ ਦਿੱਤਾ। ਬਹੁਤ ਗੁਰਸਿੱਖ ਤਿਆਰ ਹੋਏ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਸਭ ਨੂੰ ਵਰਜ ਦਿੱਤਾ। ਆਖਿਆ ਐਸਾ ਨਹੀਂ ਕਰਨਾ, ਮਹਾਰਾਜ ਜੀ ਦਾ ਹੁਕਮ ਅਕਾਲ ਪੁਰਖ ਪਰਮੇਸ਼ਰ ਦਾ ਸਤ ਕਰਕੇ ਮੰਨਣਾ। ਤੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਅੱਜ ਦੇ ਦਿਨ ਜੋਤੀ ਜੋਤ ਸਮਾ ਗਏ। ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਜਿਉ ਜਲ ਮੈਂ ਜਲ ਆਹੇ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ। ਐਸੀ ਅਵਸਥਾ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਐਸੀ ਅਵਸਥਾ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਪਣੇ ਨਿਰਾਕਾਰ ਸਰੂਪ ਵਿੱਚ ਸਮਾ ਕੇ ਇੱਕ ਮਿਕ ਹੋ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ, ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦਿਹਾੜੇ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਸਤਿਗੁਰ ਬੰਦੀ ਛੋੜ ਹੈ, 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 ਸਤਿਗੁਰ ਬੰਦੀ ਛੋੜ ਹੈ। ਜੀਵਨ ਮੁਕਤ ਕਰੈ ਓਡੀਣਾ, ਜੀਵਨ ਮੁਕਤ ਕਰੈ ਓਡੀਣਾ, ਜੀਵਨ ਮੁਕਤ ਕਰੈ ਓਡੀਣਾ, ਜੀਵਨ ਮੁਕਤ ਕਰੈ ਓਡੀਣਾ। ਹੇ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਸਤਿਗੁਰੂ, ਅਸੀਂ ਵੀ ਬੰਧਨਾਂ 'ਚ ਪਏ ਹੋਏ ਹਾਂ। ਮਹਾਰਾਜ ਛੇਵੇਂ ਪਾਤਸ਼ਾਹ ਤੁਸੀਂ ਤਾਂ ਬੰਦੀ ਛੋੜੋ ਗਰੀਬ ਨਵਾਜ। ਉਹ 52 ਰਾਜੇ ਜਿਨ੍ਹਾਂ ਨੂੰ ਤੁਸੀਂ ਬੰਦੀ ਛੋੜ ਹੋ ਕੇ ਬੰਧਨ ਮੁਕਤ ਕੀਤਾ, ਮਹਾਰਾਜ ਉਹ ਤਾਂ ਇੱਕ ਜਨਮ ਦੇ ਬੰਧਨ ਵਿੱਚ ਸੀ, ਅਸੀਂ ਤਾਂ ਕਰੋੜਾਂ ਜਨਮਾਂ ਤੋਂ ਬੰਧਨਾਂ 'ਚ ਪਏ ਹੋਏ ਹਾਂ। ਇੱਕ ਜਨਮ ਦੇ ਬੰਧਨ 'ਚ ਨਹੀਂ ਮਹਾਰਾਜ, ਲੱਖਾਂ ਜਨਮ ਬੀਤ ਗਏ ਨੇ ਸਾਨੂੰ ਬੰਧਨਾਂ 'ਚ ਪਿਆ ਹੋਇਆ। ਸਤਿਗੁਰ ਮਮ ਬੇਰੀ ਕਟੋ, ਨਿਜ ਬੇਰੀ ਪਰ ਚਾੜ, ਇਸ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਸਤਿਗੁਰ ਮਮ ਬੇਰੀ ਕਟੋ, ਨਿਜ ਬੇਰੀ ਪਰ ਚਾੜ, ਇਸ ਬੇਰੀ ਹੋਏ ਭਵ ਸਫਲ,
ਬਿਨ ਬੇਰੀ ਕਰ ਪਾਰ। ਮਹਾਰਾਜ ਸਾਡੀਆਂ ਬੇੜੀਆਂ ਕੱਟ ਦਿਓ, ਅਸੀਂ ਵੀ ਬੇੜੀਆਂ 'ਚ ਪਏ ਹੋਏ ਹਾਂ, ਬੰਧਨਾਂ 'ਚ। ਇਸ ਵੇਰੀ ਜੀਵਨ ਸਫਲ ਕਰ ਦਿਓ ਮਹਾਰਾਜ, ਬਿਨਾਂ ਦੇਰੀ ਤੋਂ ਇਸ ਭਵ ਸਾਗਰ ਤੋਂ ਪਾਰ ਉਤਾਰੋ, ਆਪਣੇ ਨਾਮ ਰੂਪੀ ਜਹਾਜ਼ ਤੇ ਸਾਨੂੰ ਸਵਾਰ ਕਰ ਲਓ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਬਖਸ਼ੀ ਹੈ। ਖਾਲਸਾ ਜੀ, ਆਪਣੇ ਦਿਨ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਦੇ ਸ਼ਬਦ ਨੂੰ, ਮੁਖਵਾਕ ਨੂੰ ਵਿਚਾਰ ਲਈਏ ਕਿ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀ ਕੀਤਾ ਹੈ। ਇਹ ਜ਼ਰੂਰੀ ਹੈ ਵਿਚਾਰਨ ਕਰਨੀ ਗੁਰੂ ਕੇ ਸਿੱਖਾਂ ਵਾਸਤੇ। ਆਓ ਧੰਨ ਗੁਰੂ ਅਰਜਨ ਦੇਵ ਸਾਹਿਬ, ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਰਚਨਹਾਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਪਾਈ। ਬਿਲਾਵਲ ਰਾਗ ਹੈ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ। ਮਾਤ ਪਿਤਾ ਸੁਤ ਬੰਧ ਭਾਈ। ਇਹ ਰਿਸ਼ਤੇਦਾਰੀਆਂ ਸਾਡੀਆਂ। ਇੱਕ ਬੱਚੇ ਦਾ ਮਾਂ ਤੇ ਪਿਓ ਨਾਲ ਬੜਾ ਨੇੜੇ ਦਾ ਸੰਬੰਧ। ਮਾਤਾ ਪਿਤਾ ਕਹਿੰਦੇ ਅਗਰ ਧਰਤੀ ਤੋਂ ਕੁਝ ਭਾਰਾ ਹੈ, ਧਰਤੀ ਤੋਂ ਭਾਰਾ, ਤਾਂ ਉਹ ਮਾਂ ਹੈ। ਪਰ ਆਕਾਸ਼ ਤੋਂ ਕੁਝ ਉੱਚਾ ਹੈ ਤਾਂ ਉਹ ਪਿਤਾ ਹੈ। ਇਤਨਾ ਸਤਕਾਰ ਮਾਤਾ ਤੇ ਪਿਤਾ ਨੂੰ ਧਰਮ ਗ੍ਰੰਥਾਂ 'ਚ ਦਿੱਤਾ ਹੈ। ਉਹਨਾਂ ਪ੍ਰਤੀ ਜੋ ਉਹਨਾਂ ਦੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਉਹ ਨਿਭਾਉਣੀਆਂ ਜ਼ਰੂਰੀ ਨੇ, ਪਰ ਉਹਨਾਂ ਦੀ ਮਮਤਾ ਵਸ, ਮੋਹ ਵਸ ਹੋ ਕੇ ਆਪਣੇ ਪਰਮਾਰਥ ਤੋਂ ਖੁੰਝਿਆ ਰਹੇ। ਉਸ ਮਮਤਾ ਤੋਂ, ਉਸ ਮੋਹ ਤੋਂ ਸਤਿਗੁਰੂ ਜੀ ਸਾਨੂੰ ਉਪਰਾਮ ਕਰਦੇ। ਹੁਣ ਉਸ ਮੋਹ ਤੋਂ ਉਪਰਾਮ ਹੋਣ ਵਾਸਤੇ ਜੇ ਵੇਖੀਏ ਤੇ ਸਾਡੇ ਵਾਸਤੇ ਸਾਡੀ ਮਾਤਾ ਜੋ ਮਾਂ ਬਣ ਕੇ ਦੁਲਾਰੇ, ਤੇ ਪਿਤਾ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਸੁੰਦਰ ਮਰਿਆਦਾ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ। ਇਹ ਮਰਿਆਦਾ ਖਾਲਸਾ ਜੀ ਦੁਨੀਆ ਦੇ ਕਿਸੇ ਧਰਮ 'ਚ ਨਹੀਂ ਮਿਲੇਗੀ ਤੁਹਾਨੂੰ। ਇਹ ਮਰਿਆਦਾ ਕੇਵਲ ਪੰਥ ਵਿੱਚ ਹੈ, ਖਾਲਸੇ ਵਿੱਚ ਹੈ। ਜਦੋਂ ਪੰਜ ਪਿਆਰੇ ਆ ਵਿਸਾਖੀ ਦਾ ਪੁਰਬ ਆਉਣਾ 14 ਅਪ੍ਰੈਲ ਨੂੰ, ਇਸ ਵਾਰ 14 ਅਪ੍ਰੈਲ ਨੂੰ ਦਿਨ ਆਉਣਾ ਵਿਸਾਖੀ ਦਾ। ਜਿਨ੍ਹਾਂ ਦੇ ਭਾਗ ਸਵੱਲੇ ਹੋਣਗੇ ਉਹ ਮਾਤਾ ਸਾਹਿਬ ਦੇਵਾਂ ਦੇ ਦੁਲਾਰੇ ਬਣ ਜਾਣਗੇ, ਤੇ ਜਿਨ੍ਹਾਂ ਦੇ ਭਾਗਾਂ 'ਚ ਹਾਲੇ ਵੀ ਠੋਕਰਾਂ ਖਾਣੀਆਂ ਲਿਖੀਆਂ ਨੇ ਉਹ ਖਾਂਦੇ ਰਹਿਣਗੇ। ਖਾਲਸੇ ਪੰਥ ਦੀ ਸਾਜਨਾ ਕੀਤੀ ਤੇ ਗੁਰਦੇਵ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਪੁੱਤਰ। ਤੇ ਜਦੋਂ ਮਾਤਾ ਸਾਹਿਬ ਦੇਵਾਂ ਨੂੰ ਵਰ ਦਿੱਤਾ ਤੇ ਆਖਿਆ ਇਹ ਪੰਥ ਤੁਹਾਡਾ ਪੁੱਤਰ ਹੈ, ਤੁਹਾਡੀ ਝੋਲੀ 'ਚ ਪਾਵਾਂਗੇ।
ਇਹ ਜਿਹੜੇ ਪੁੱਤਰ ਸੀ ਬਿਨਸ ਜਾਣ ਵਾਲੇ ਸੀ, ਪਰ ਆ ਜਿਹੜਾ ਪੰਥ ਹੈ, ਇਹ ਪੰਥ ਰੂਪੀ ਪੁੱਤਰ ਤੁਹਾਡਾ ਸदैव ਹੀ ਰਹੇਗਾ, ਅਟਲ ਰਹੇਗਾ। ਤੇ ਖਾਲਸਾ ਜੀ ਯਾਦ ਰੱਖਿਓ, ਜੇ ਪੰਥ ਅਟਲ ਹੈ ਤੇ ਖਾਲਸੇ ਪੰਥ ਦੀ ਮਾਤਾ, ਜਗਤ ਮਾਤਾ ਸਾਹਿਬ ਦੇਵਾਂ, ਮਾਤਾ ਸਾਹਿਬ ਦੇਵਾਂ ਜੀ ਵੀ ਸदैव ਹੀ ਤੌਰ ਤੇ ਅਟਲ ਹਨ। ਉਹ ਵੀ ਸदैवी ਨੇ, ਉਹ ਵੀ ਅਟਲ ਨੇ, ਪਿਤਾ ਵੀ ਅਟਲ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਜੀ ਸਾਡੇ ਪਿਤਾ ਤੁਸੀਂ, ਸਾਡੇ ਮਾਤਾ ਵੀ ਤੁਸੀਂ। ਮਾਤਾ ਸਾਹਿਬ ਦੇਵਾਂ ਜੀ ਨੇ, ਪਿਤਾ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਕਿਤਨਾ ਪਿਆਰ, ਕਿਤਨੀ ਮੁਹੱਬਤ ਆਪਣੇ ਬੱਚਿਆਂ ਨਾਲ ਸਤਿਗੁਰੂ ਜੀ ਕਰਦੇ। ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖ ਰਹੇ ਨੇ। ਮਨ 'ਚ ਅਫਸੋਸ ਨਹੀਂ ਕਰਦੇ, ਮਨ 'ਚ ਨਮੋਸ਼ੀ ਨਹੀਂ ਲਿਆਉਂਦੇ ਕਿ ਮੇਰੇ ਪੁੱਤ ਸ਼ਹੀਦ ਹੋ ਗਏ ਨੇ। ਤੇ ਜਦੋਂ ਮਹਾਰਾਜ ਜੀ ਦਾ ਪੰਥ ਦਾ ਇੱਕ ਸੂਰਮਾ ਯੋਧਾ ਭਾਈ ਮਾਨ ਸਿੰਘ ਇਧਰ ਰਾਜਸਥਾਨ ਦੇ ਇਲਾਕੇ 'ਚ ਸ਼ਹੀਦੀ ਪਾ ਜਾਂਦਾ, ਤੇ ਮਾਨ ਸਿੰਘ ਦਾ ਸਿਰ ਆਪਣੀ ਗੋਦ 'ਚ ਧਰ ਕੇ ਕਹਿੰਦੇ ਆ ਗੁਰੂ ਕਲਗੀਧਰ, ਨੇਤਰਾਂ 'ਚੋਂ ਨੀਰ ਵਹਾ ਕੇ, ਓ ਮਾਨ ਸਿਆ ਤੇਰੇ ਵਰਗੇ ਪੁੱਤ ਘਰ ਘਰ ਨਹੀਂ ਜੰਮਣੇ। ਉਹਦੇ ਨਾਲ ਮਮਤਾ ਹੈ, ਕਿਉਂਕਿ ਪੰਥ ਨਾਲ ਪਿਆਰ ਹੈ। ਖਾਲਸੇ ਨੂੰ ਆਪਣਾ ਪੁੱਤਰ ਬਣਾਇਆ ਸਤਿਗੁਰਾਂ ਨੇ। ਮਹਾਰਾਜ ਜੀ ਸਾਡੇ ਮਾਤਾ, ਸਾਡੇ ਪਿਤਾ, ਸੁੱਤ ਨਾਮ ਹੁੰਦਾ ਪੁੱਤਰ ਦਾ। ਪੁੱਤਰ ਬੰਧਪ, ਬੰਧਪ ਕਹਿੰਦੇ ਆ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ। ਲੋੜ ਪੈਂਦੀ ਆ ਬੰਦੇ ਨੂੰ ਸੰਸਾਰ ਦੇ ਵਿੱਚ ਜੀਵਨ ਵਾਸਤੇ, ਰਿਸ਼ਤੇਦਾਰ ਵੀ ਚਾਹੀਦੇ ਆ ਸਮਾਜ ਵਿੱਚ ਵਿਚਰਨਾ। ਮੇਰੇ ਵਾਸਤੇ ਮੇਰੇ ਬੰਧਪ ਵੀ, ਭਾਈ, ਭਰਾ। ਹਾਂਜੀ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਮੇਰੇ ਪਾਰ ਬ੍ਰਹਮ ਵਾਹਿਗੁਰੂ ਜੀ ਮੇਰੇ ਹਰ ਜਗ੍ਹਾ ਤੇ ਮੇਰੇ ਸਹਾਈ ਹੋਏ। ਜਿੱਥੇ ਮਾਂ ਦੀ ਲੋੜ ਪਈ ਉੱਥੇ ਮਾਂ ਬਣ ਕੇ ਆ ਗਿਆ। ਦੁਨਿਆਵੀ ਮਾਂ ਉੱਥੇ ਨਾ ਪਹੁੰਚ ਸਕੀ, ਦੁਨਿਆਵੀ ਪਿਤਾ ਨਾ ਉੱਥੇ ਪਹੁੰਚ ਸਕਿਆ, ਦੁਨਿਆਵੀ ਭਰਾ ਨਾ ਉੱਥੇ ਪਹੁੰਚ ਸਕੇ, ਦੁਨਿਆਵੀ ਰਿਸ਼ਤੇਦਾਰ ਸੰਬੰਧੀ ਨਹੀਂ ਉੱਥੇ ਪਹੁੰਚ ਸਕੇ, ਦੁਨਿਆਵੀ ਮਿੱਤਰ ਯਾਰ ਦੋਸਤ ਉੱਥੇ ਨਹੀਂ ਪਹੁੰਚ ਸਕੇ। ਜਦੋਂ ਮੇਰੀ ਸਹਾਇਤਾ ਦੀ ਮੈਨੂੰ ਲੋੜ ਪਈ ਤਾਂ ਮੇਰੇ ਵਾਹਿਗੁਰੂ ਜੀ ਕਦੇ ਮਾਤਾ ਬਣ ਕੇ ਮੈਨੂੰ ਪਾਲਦੇ, ਕਦੇ ਪਿਤਾ ਬਣ ਕੇ ਆ ਕੇ ਰੱਖਿਆ, ਕਦੇ ਸੰਬੰਧੀ ਬਣ ਕੇ ਤੇ ਕਦੇ ਭਰਾ ਬਣ ਕੇ। ਹਰ ਜਗ੍ਹਾ ਤੇ ਮੇਰੇ ਸਹਾਈ ਹੋਏ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮੇਰੇ ਪਾਰ ਬ੍ਰਹਮ ਵਾਹਿਗੁਰੂ ਜੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਰ ਜਗ੍ਹਾ ਤੇ ਮੇਰੇ ਸਹਾਈ ਹੋ ਗਏ, ਮੇਰੇ ਮਦਦਗਾਰ ਹੋ ਗਏ। ਹਰ ਥਾਂ ਤੇ ਮੇਰੇ ਮਾਤਾ ਪਿਤਾ ਬਣ ਕੇ, ਹਰ ਥਾਂ ਤੇ ਅਕਾਲ ਪੁਰਖ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਆਪਾਂ ਪਿੱਛੇ ਮਨਾਇਆ। ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਸੱਜਣ ਪਹੁੰਚਿਆ, ਰਿੜਦਾ ਰਿੜਦਾ, ਕੋੜਾ ਸੀ ਸਰੀਰ ਤੋਂ, ਲੱਤਾਂ ਕੰਮ ਨਹੀਂ ਸਨ ਕਰਦੀਆਂ, ਹੱਥ ਕੰਮ ਨਹੀਂ ਸਨ ਕਰਦੇ, ਰਿੜਦਾ ਘਿਸੜਦਾ ਘਿਸੜਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ। ਤੇ ਇਹਦਾ ਨਾਂ ਸੀ ਪ੍ਰੇਮਾ ਕੋੜੀ। ਸਰੀਰ ਤੇ ਪੂੰ ਵਗਦੀ ਸੀ, ਮੱਖੀਆਂ ਭਿਣ ਭਿਣਾਉਂਦੀਆਂ ਸੀ, ਦਰਬਾਰ 'ਚ ਅੰਦਰ ਨਹੀਂ ਸੀ ਜਾ ਸਕਦਾ। ਪਤਾ ਵੀ ਸਰੀਰ ਠੀਕ ਨਹੀਂ, ਅੰਦਰ ਦਰਬਾਰ 'ਚ ਜਾਣਾ ਯੋਗ ਨਹੀਂ, ਮਰਜ਼ਾਦਾ ਹੈ।
ਗੁਰੂ ਸਾਹਿਬ ਦੇ ਦਰਬਾਰ ਵਿੱਚ ਆਈਏ, ਸਵੱਛ ਵਸਤਰ ਹੋਣੇ ਚਾਹੀਦੇ, ਸਾਫ ਸੁਥਰੀ ਪੁਸ਼ਾਕ ਹੋਣੀ ਚਾਹੀਦੀ ਹੈ, ਹੱਥ ਪੈਰ ਧੋਤੇ ਹੋਣੇ ਚਾਹੀਦੇ। ਇਹ ਗੁਰੂ ਦਰਬਾਰ ਦੀ ਮਰਜ਼ਾਦਾ ਹੈ। ਮੈਲੇ ਕੁਚੈਲੇ ਵਸਤਰ ਪਹਿਨ ਕੇ, ਮੈਲਾ ਕੁਚੈਲਾ ਸਰੀਰ ਲੈ ਕੇ ਗੁਰੂ ਦਰਬਾਰ 'ਚ ਨਾ ਆਈਏ, ਇਹ ਮਰਜ਼ਾਦਾ ਹੈ। ਹੁਣ ਇਹਦੇ ਸਰੀਰ 'ਚ ਤਾਂ ਕੋੜ ਸੀ, ਪੂੰ ਵਗਦੀ ਸੀ, ਨਹੀਂ ਜਾ ਸਕਦਾ ਸੀ ਦਰਬਾਰ 'ਚ, ਤੇ ਦਰਵਾਜ਼ੇ ਤੇ ਬਹਿ ਗਿਆ। ਦਰਵਾਜ਼ੇ ਤੇ ਬੈਠਾ ਪੜਿਆ ਕਰੇ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ। ਸਿੱਖ ਕਹਿੰਦੇ ਖਬਰੇ ਕੀ ਕਹਿੰਦਾ, ਖਬਰੇ ਕੀ ਬੋਲਦਾ। ਪਰ ਇਹ ਜੋ ਬੋਲਦਾ ਸੀ, ਜਾਂ ਇਹ ਜਾਣਦਾ ਸੀ ਵੀ ਮੈਂ ਕੀ ਬੋਲਦਾ, ਤੇ ਜਾਂ ਜਿਹਨੂੰ ਬੋਲ ਕੇ ਸੁਣਾਉਂਦਾ ਸੀ ਉਹ ਜਾਣਦੇ ਸੀ ਵੀ ਇਹ ਕੀ ਕਹਿੰਦਾ, ਬਾਕੀਆਂ ਨੂੰ ਨਹੀਂ ਪਤਾ। ਕਹਿੰਦਾ ਕਹਿੰਦਾ ਬੇਹੋਸ਼ ਹੋ ਕੇ ਡਿੱਗ ਪੈਂਦਾ। ਸਿੱਖ ਦੋ ਪ੍ਰਸ਼ਾਦੇ ਬਾਹਰ ਫੜਾ ਜਾਂਦੇ ਆ, ਛਕ ਲੈਂਦਾ, ਪਾਣੀ ਦੇ ਜਾਂਦੇ ਆ, ਪੀ ਲੈਂਦਾ। ਜਦੋਂ ਹੋਸ਼ ਵਿੱਚ ਆਉਂਦਾ ਤੇ ਕਹਿੰਦਾ ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ। ਕਹਿੰਦਾ ਕਹਿੰਦਾ ਬੇਹੋਸ਼ ਹੋ ਕੇ ਡਿੱਗ ਪੈਂਦਾ, ਹੋਸ਼ ਵਿੱਚ ਆਉਂਦਾ। ਫਿਰ 2 ਦਿਨ ਬੀਤ ਗਏ, 3 ਦਿਨ ਬੀਤ ਗਏ, ਹਫ਼ਤਾ ਬੀਤ ਗਿਆ। ਸਿੱਖਾਂ ਨੇ ਗੁਰੂ ਸਾਹਿਬ ਕੋਲ ਜਾ ਕੇ ਸਿਫਾਰਿਸ਼ ਕੀਤੀ, ਮਹਾਰਾਜ ਪਤਾ ਨਹੀਂ ਕੌਣ ਹੈ, ਕੋੜੀ ਉਹਦਾ ਨਾਂ ਪ੍ਰੇਮ ਹੈ, ਏਦਾਂ ਕਹਿੰਦਾ ਮਹਾਰਾਜ, ਉਹਦੇ ਤੇ ਵੀ ਕਿਰਪਾ ਕਰ ਦਿਓ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਅੱਛਾ ਸਿੱਖੋ, ਏਦਾਂ ਕਰੋ, ਉਹਨੂੰ ਉੱਥੋਂ ਚੁੱਕੋ, ਚੁੱਕ ਕੇ ਬੌਲੀ ਸਾਹਿਬ ਦੇ ਜਲ 'ਚ ਇਸ਼ਨਾਨ ਕਰਾ ਕੇ, ਪੈਰ ਦੇ ਸਿਰ ਤੋਂ ਲੈ ਕੇ ਸਿਰ ਤੱਕ ਉਹਨੂੰ ਕੱਪੜੇ ਨਾਲ ਕੱਜ ਕੇ ਢੱਕ ਕੇ ਉਹਨੂੰ ਸਾਡੇ ਕੋਲ ਲਿਆਓ। ਸਿੱਖ ਕਹਿਣ ਲੱਗੇ 7 ਬਚਨ। ਜਾ ਕੇ ਬੌਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਾ ਕੇ, ਚਾਦਰੇ ਨਾਲ ਇਹਨੂੰ ਕੱਜ ਕੇ ਢੱਕ ਕੇ ਸਤਿਗੁਰਾਂ ਕੋਲ ਲੈ ਆਏ। ਮਹਾਰਾਜ ਜੀ ਨੇ ਆਖਿਆ ਇਹਦਾ ਚਾਦਰਾ ਹੁਣ ਇਹਦੇ ਸਰੀਰ ਤੋਂ ਲਾਓ। ਜਦੋਂ ਸਰੀਰ ਤੋਂ ਚਾਦਰਾ ਲਾਇਆ, ਕੋੜੀ ਸੀ, ਹੱਥ ਪੈਰ ਝੜ ਗਏ ਸੀ ਕੋੜ ਨਾਲ, ਸਾਰਾ ਸਰੀਰ ਬਿਲਕੁਲ ਸਾਬਤ ਤੇ ਨਵਾਂ ਨਰੋਆ ਹੋ ਗਿਆ। ਤੇ ਗੁਰੂ ਅਮਰਦਾਸ ਸਾਹਿਬ ਵੇਖ ਕੇ ਕਹਿੰਦੇ ਓਏ ਤਾਂ ਮੁਰਾਰੀ ਹੈ। ਪਾਤਸ਼ਾਹ ਕਹਿੰਦੇ ਇਹ ਤਾਂ ਮੁਰਾਰੀ ਹੈ, ਵੀ ਭਗਵਾਨ ਕ੍ਰਿਸ਼ਨ ਨੂੰ ਮੁਰਾਰੀ ਕਹਿੰਦੇ ਨਾ, ਵੀ ਬੜੇ ਸੋਹਣੇ ਹੈ। ਕਹਿੰਦੇ ਇਹ ਤਾਂ ਮੁਰਾਰੀ ਵਾਂਗੂ ਸੋਹਣਾ। ਤੇ ਸਿਰ ਤੇ ਹੱਥ ਧਰਿਆ, ਆਖਿਆ ਅੱਜ ਤੋਂ ਬਾਅਦ ਇਹ ਮੁਰਾਰੀ। ਆਖਿਆ ਕੋਈ ਸਿੱਖ ਹੈ ਜਿਹੜਾ ਕੋਈ ਆਪਣੀ ਕੰਨਿਆ ਇਹਨੂੰ ਦੇ ਦੇਵੇ, ਇਹਦੀ ਸ਼ਾਦੀ ਕਰ ਦਈਏ। ਇੱਕ ਸਿੱਖ ਉੱਥੇ ਖੜਾ ਕਹਿੰਦਾ ਮਹਾਰਾਜ ਮੇਰੀ ਲੜਕੀ ਵਿਆਹੁਣ ਯੋਗ ਹੈ, ਤੁਸੀਂ ਜੇ ਤਰਸ ਕਰੋ ਤੇ ਇਹਦੇ ਲੜ ਲਾ ਦਿਓ। ਉਹ ਲੜਕੀ ਵਿਆਹ ਦਿੱਤੀ। ਹੁਣ ਉਹ ਲੜਕੀ ਦੀ ਜਿਹੜੀ ਮਾਂ ਸੀ, ਲੰਗਰ ਵਿੱਚ ਲੰਗਰ ਪਕਾਉਂਦੀ ਸੀ। ਉਹਨੂੰ ਕਿਤੇ ਜਾ ਕੇ ਦੱਸਿਆ ਵੀ ਤੇਰੀ ਧੀ ਦੀ ਸ਼ਾਦੀ ਗੁਰੂ ਅਮਰਦਾਸ ਜੀ ਨੇ ਇੱਕ ਕੋੜੀ ਠੀਕ ਕਰਕੇ ਉਹਦੇ ਨਾਲ ਕਰ ਦਿੱਤੀ ਹੈ। ਉਹ ਰੋਂਦੀ ਕਰਲਾਉਂਦੀ ਚੀਖ ਝਾੜਾ ਪਾਉਂਦੀ ਮਹਾਰਾਜ ਜੀ ਦੇ ਚਰਨਾਂ 'ਚ ਆਈ, ਮਹਾਰਾਜ ਇਹਦੇ ਨਾਲੋਂ ਚੰਗਾ ਸੀ ਮੇਰੀ ਧੀ ਨੂੰ ਕਿਤੇ ਖੂਹ 'ਚ ਧੱਕਾ ਮਾਰ ਦਿੰਦੇ ਮਹਾਰਾਜ। ਇਹ ਕੀ ਕੀਤਾ ਆਪ ਜੀ ਨੇ? ਖਬਰੇ ਕੌਣ ਸੀ, ਕਿਹੜੀ ਇਹਦੀ ਬਰਾਦਰੀ ਹੈ, ਕਿਹੜੀ ਇਹਦੀ ਕੁੱਲ ਹੈ, ਕਿਹੜਾ ਇਹਦਾ ਪਰਿਵਾਰ ਹੈ, ਕਿੱਥੋਂ ਆਇਆ, ਕੋੜੀ ਤੇ ਠੀਕ ਕਰਕੇ ਤੁਸੀਂ ਉਹਦੇ ਨਾਲ ਮੇਰੀ ਧੀ ਵਿਆਹ ਦਿੱਤੀ ਹੈ। ਮਹਾਰਾਜ ਕੁਝ ਵੇਖਣਾ ਤਾਂ ਸਹੀ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਧੀ ਰਾਣੀਏ ਦੱਸ, ਇਹਦੀ ਕੁੱਲ ਬਾਰੇ ਪੁੱਛਦੀ ਐ, ਇਹਦੇ ਪਰਿਵਾਰ ਬਾਰੇ ਪੁੱਛਦੀ ਐ, ਇਹਦੇ ਟੱਬਰ ਬਾਰੇ ਪੁੱਛਦੀ ਐ, ਮਾਂ ਬਾਪ ਬਾਰੇ ਪੁੱਛਦੀ ਐ। ਤੇ ਸੁਣ, ਇਹਦੀ ਕੁੱਲ ਵੀ ਮੈਂ ਆ, ਇਹਦਾ ਪਿਤਾ ਵੀ ਮੈਂ ਹਾਂ, ਇਹਦਾ ਪਰਿਵਾਰ ਵੀ ਮੈਂ ਹਾਂ, ਅੱਜ ਤੋਂ ਬਾਅਦ ਇਹ ਮੇਰਾ ਹੈ। ਕਹਿਣ ਲੱਗੀ ਫਿਰ ਮਹਾਰਾਜ ਮੈਨੂੰ ਕੋਈ ਫਿਕਰ ਨਹੀਂ। ਉਹ ਲੜਕੀ ਦਾ ਨਾਮ ਸੀ ਮਥੋ। ਮਹਾਰਾਜ ਜੀ ਨੇ ਆਖਿਆ ਇਹ ਮਥੋ ਤੇ ਮੁਰਾਰੀ ਦੀ ਜੋੜੀ ਬਣ ਗਈ। ਜਿਹੜੀਆਂ 22 ਮੰਜੀਆਂ ਮਹਾਰਾਜ ਜੀ ਨੇ ਦਿੱਤੀਆਂ ਸੀ ਨਾ ਗੁਰੂ ਅਮਰਦਾਸ ਸਾਹਿਬ ਨੇ ਪ੍ਰਚਾਰਕਾਂ ਨੂੰ, ਉਹਨਾਂ 22 ਮੰਜੀਆਂ ਚੋਂ ਇੱਕ ਮੰਜੀ ਭਾਈ ਮੁਰਾਰੀ ਨੂੰ ਮਹਾਰਾਜ ਜੀ ਨੇ ਬਖਸ਼ੀ। ਜਿਹੜੇ 72 ਪੀੜੇ ਬਖਸ਼ੇ ਸੀ ਬੀਬੀਆਂ ਨੂੰ, ਉਹਨਾਂ ਚੋਂ ਇੱਕ ਪੀੜਾ ਬੀਬੀ ਮਥੋ ਨੂੰ ਮਹਾਰਾਜ ਜੀ ਨੇ ਪ੍ਰਦਾਨ ਕੀਤਾ ਸੀ।
ਤੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖਿਆ ਜਿਹਦਾ ਕੋਈ ਨਹੀਂ ਉਹਦਾ ਮੈਂ ਹਾਂ, ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਜਿਹਦਾ ਕੋਈ ਨਹੀਂ ਉਹਦਾ ਮੈਂ ਹਾਂ, ਮਹਾਰਾਜ ਜੀ ਕਹਿੰਦੇ। ਜਿਹਦਾ ਕੋਈ ਮਾਈ ਬਾਪ ਨਹੀਂ ਉਹਦਾ ਮੈਂ ਹਾਂ। ਬੇਕਸਾਰਾ ਯਾਰ, ਭਾਈ ਨੰਦ ਲਾਲ ਸਾਹਿਬ ਕਹਿੰਦੇ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ। ਜਿਹਦਾ ਕੋਈ ਆਸਰਾ ਨਹੀਂ, ਜਿਹਦਾ ਕੋਈ ਨਹੀਂ, ਉਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਜਿਹਦਾ ਕੋਈ ਨਹੀਂ, ਉਹਦੇ ਗੁਰੂ ਅਮਰਦਾਸ ਸਾਹਿਬ ਜੀ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਂ ਬਣ ਕੇ, ਪਿਓ ਬਣ ਕੇ, ਪੁੱਤ ਬਣ ਕੇ, ਰਿਸ਼ਤੇਦਾਰ ਬਣ ਕੇ, ਭਰਾ ਬਣ ਕੇ ਆਪਣਿਆਂ ਸੇਵਕਾਂ ਦੀ ਸਹਾਇਤਾ ਕਰਨ ਵਾਲੇ। ਜਿੱਥੇ ਵੀ ਲੋੜ ਪਵੇ ਆਪਣਿਆਂ ਸੇਵਕਾਂ ਨੂੰ ਮਹਾਰਾਜ ਜੀ ਸਹਾਈ ਬਣ ਕੇ ਸਹਾਇਤਾ ਕਰਦੇ ਹਨ। ਸੁਖ ਸਹਿਜ ਆਨੰਦ ਕਣੇ। ਸੁਖ, ਸੁਖ ਕੀ ਹੈ ਭਾਈ? ਸੁਖ ਹੈ ਆਪਣੀ ਆਤਮਾ ਦਾ। ਪਦਾਰਥਾਂ 'ਚ ਸੁਖ ਨਹੀਂ, ਸੁਖ ਆਤਮਾ ਦਾ। ਜੇ ਅੰਦਰ ਸੁਖ ਨਾ ਹੋਵੇ ਤੇ ਬਾਹਰੋਂ ਸੁਖ ਨਹੀਂ ਪਾ ਸਕਦਾ। ਅੰਦਰ ਸੁਖੀ ਤੇ ਬਾਹਰ ਸੁਖ ਹੈ। ਆਖੋ ਸਤਨਾਮ। ਬਿਮਾਰ ਹੋ ਜਾਈਏ, ਸਰੀਰ ਖੇਚਲ ਆ ਜਾਏ, ਸਾਰੇ ਸੁੱਖ ਹੁੰਦੇ ਨੇ ਕੋਲ, ਚੰਗੇ ਲੱਗਦੇ ਆ ਭਲਾ? ਉਧਰ ਪੇਟ 'ਚ ਦਰਦ ਹੋ ਰਹੀ ਹੋਵੇ, ਬਿਮਾਰੀ ਲੱਗੀ ਹੋਵੇ, ਕੋਲ ਕੋਈ ਲਿਆ ਕੇ ਪਦਾਰਥ ਰੱਖਦਾ, ਖਾਣ ਨੂੰ ਚੀਜ਼ਾਂ ਰੱਖਦਾ, ਆਖਿਆ ਵੇਖੋ ਤੇਰਾ 2-4 ਕਿਲੋ ਸੋਨਾ ਵੀ ਤੇਰੇ ਕੋਲ ਰੱਖ ਦਿੱਤਾ, ਹੁਣ ਤਾਂ ਸੁਖੀ ਹੋ ਜਾ। ਉਹ ਕਹਿੰਦਾ ਕੀ ਕਰਾਂ? ਕਿਉਂਕਿ ਜੇ ਅੰਦਰ ਸੁਖੀ ਨਹੀਂ ਤੇ ਬਾਹਰੋਂ ਸੁਖੀ ਕਿਵੇਂ ਹੋਵੇ? ਅੰਦਰ ਦਾ ਸੁਖ ਸਹਿਜ, ਟਿਕਾ, ਇਕਾਗਰਤਾ ਬੜੀ ਵੱਡੀ ਦਾਤ ਹੈ। ਸਹਿਜ, ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਲਾਵਾ ਲੈਣ ਵੇਲੇ ਸੁਣੇ ਸੀ ਨਾ ਇਹ ਬਚਨ। ਸਹਿਜ ਉਹਨੂੰ ਕਹਿੰਦੇ ਆ ਟਿਕਾ। ਆਨੰਦ ਘਣੇ, ਘਣਾ ਆਨੰਦ, ਖੇੜਾ, ਵਿਗਾਸ ਉਹ ਹਿਰਦੇ ਵਿੱਚ ਆ ਬਣਿਆ ਹੈ। ਗੁਰ ਪੂਰਾ ਪੂਰੀ ਜਾ ਕੀ ਬਾਣੀ, ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ। ਮੇਰਾ ਗੁਰੂ ਪੂਰਾ ਹੈ, ਮੇਰੇ ਪੂਰੇ ਗੁਰੂ ਦੀ ਬਾਣੀ ਪੂਰੀ, ਪੂਰੇ ਦੀ ਬਾਣੀ ਵੀ ਪੂਰੀ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਪੂਰੇ ਦੀ ਬਾਣੀ ਪੂਰੀ ਹੈ। ਕਿਤੇ ਊਣਤਾਈ ਨਹੀਂ, ਕਿਤੇ ਕੋਈ ਕਮੀ ਨਹੀਂ। ਜਿਹੜਾ ਕੋਈ ਸਤਿਗੁਰਾਂ ਦੀ ਬਾਣੀ 'ਚ ਕਮੀ ਕੱਢੇ ਨਾ, ਵੀ ਆਹ ਜੀ ਠੀਕ ਨਹੀਂ, ਇੱਥੇ ਆਹ ਠੀਕ ਨਹੀਂ ਜੀ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਪੂਰੇ ਕੀ ਬਾਣੀ ਪੂਰੀ ਹੈ। ਗੁਰ ਪੂਰਾ ਪੂਰੀ ਜਾ ਕੀ ਬਾਣੀ। ਆ ਕੱਚੇ ਪਿੱਲੇ ਅੱਜ ਕੱਲ ਛੇੜਛਾੜ ਕਰਦੇ ਪਿਆ ਗੁਰੂ ਗ੍ਰੰਥ ਸਾਹਿਬ ਜੀ ਨਾਲ, ਆਪਣੀ ਮਰਜ਼ੀ ਨਾਲ ਸਰੂਪ ਛਾਪ ਰਹੇ ਨੇ ਉੱਤੇ ਬਿੰਦੀਆਂ ਟਿੱਪੀਆਂ ਲਾ ਕੇ। ਜਿਵੇਂ ਸਤਿਗੁਰਾਂ ਲਿਖਿਆ ਉੱਦਾਂ ਹੀ ਰਹਿਣ ਦਿਓ। ਕਿਸੇ ਨੂੰ ਹੱਕ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਆਪਣੀ ਮਰਜ਼ੀ ਨਾਲ ਕੋਈ ਵੱਧ ਵਧਾ ਕੇ ਬਿੰਦੀਆਂ ਟਿੱਪੀਆਂ ਲਿਖੇ। ਕਿਸੇ ਨੂੰ ਹੱਕ ਨਹੀਂ। ਸਤਿਗੁਰਾਂ ਨੇ ਜੋ ਲਿਖ ਦਿੱਤਾ ਉਹ ਪੂਰਾ ਹੈ। ਅਸੀਂ ਅਧੂਰੇ, ਤੇ ਪੂਰੇ ਬਾਣੀ ਦੀ, ਸਤਿਗੁਰੂ ਜੀ ਦੀ ਬਾਣੀ ਜੋ ਪੂਰੀ ਆ, ਉਹਦੇ ਵਿੱਚ ਅਸੀਂ ਅਧੂਰੇ ਕਿਵੇਂ ਕਹਿ ਸਕਦੇ ਹਾਂ ਵੀ ਆਹ ਅਧੂਰਾ ਹੈ ਜੀ? ਅਧੂਰਿਆਂ ਨੂੰ ਤਾਂ ਸਾਰਾ ਕੁਝ ਅਧੂਰਾ ਹੀ ਦਿਸਣਾ। ਪੂਰੇ ਕਾ ਸਭ ਕੁਝ ਪੂਰਾ ਹੀ ਹੈ। ਇਸ ਕਰਕੇ ਭਾਈ ਪੂਰੇ ਗੁਰੂ ਦੀ ਬਾਣੀ ਪੂਰੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਪਰਮੇਸ਼ਰ ਦੇ ਅਨੇਕਾਂ ਹੀ ਗੁਣ ਨੇ, ਅਨੇਕਾਂ ਹੀ ਗੁਣ ਜਿਹੜੇ ਗਿਣੇ ਨਹੀਂ ਜਾ ਸਕਦੇ। ਵਾਹਿਗੁਰੂ ਦੇ ਗੁਣ ਨਹੀਂ ਗਿਣੇ ਜਾ ਸਕਦੇ।
ਬੇਅੰਤ ਗੁਣਾਂ ਦਾ ਮਾਲਕ ਹੈ ਉਹ ਪਾਰ ਬ੍ਰਹਮ ਵਿਧਾਤਾ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਪਰਮੇਸ਼ਰ ਅਨੇਕ ਗੁਣਾਂ ਦਾ ਮਾਲਕ ਹੈ, ਉਹਦੇ ਗੁਣ ਗਿਣੇ ਨਹੀਂ ਜਾ ਸਕਦੇ। ਰਹਾਉ ਸਾਗਲ ਸਰੰਜਾਮ ਕਰੇ ਪ੍ਰਭ ਆਪੇ। ਸਾਰੇ ਸਰੰਜਾਮ ਕਹਿੰਦੇ ਨੇ ਉਪਾਉ ਕਰਨੇ, ਕਹਿੰਦੇ ਸਾਰੇ ਉਪਾਉ ਮੇਰੇ ਪ੍ਰਭੂ ਨੇ ਆਪ ਹੀ ਕਰ ਦਿੱਤੇ, ਮੈਨੂੰ ਨਹੀਂ ਕੁਝ ਕਰਨਾ ਪਿਆ। ਮੇਰੇ ਲਈ ਸਾਰੇ ਉਪਾਉ, ਮੇਰੇ ਲਈ ਸਾਰੇ ਤਰੀਕੇ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕਰ ਦਿੱਤੇ ਹਨ। ਭਏ ਮਨੋਰਥ ਸੋ ਪ੍ਰਭ ਜਾਪੇ। ਉਸ ਪ੍ਰਭੂ ਦਾ ਜਾਪ ਜਪ ਕੇ ਮਨੋਰਥ ਪੂਰੇ ਹੋ ਜਾਂਦੇ। ਜਦੋਂ ਉਹਦੇ ਜਾਪ ਨੂੰ ਜਪੀਏ ਤੇ ਉਹਦੇ ਜਾਪ ਨੂੰ ਜਪ ਕੇ ਸਾਰੇ ਹੀ ਮਨੋਰਥ, ਸਾਰੀਆਂ ਕਾਮਨਾਵਾਂ, ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ। ਅਰਥ ਧਰਮ ਕਾਮ ਮੋਖ ਕਾ ਦਾਤਾ। ਉਹ ਵਾਹਿਗੁਰੂ ਚਾਰਾਂ ਪਦਾਰਥਾਂ ਦਾ ਦਾਤਾ ਹੈ। ਧਰਮ ਅਰਥ ਕਾਮ ਮੋਖ ਚਾਰ ਪਦਾਰਥ ਨੇ। ਚਾਰਾਂ ਪਦਾਰਥਾਂ ਦਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾਤਾ ਹੈ, ਉਹ ਦਾਤਾਂ ਦੇ ਕੇ ਨਵਾਜਦਾ ਹੈ। ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹਨੂੰ ਸਿਮਰ ਸਿਮਰ ਕੇ ਭਾਈ ਸਾਰੀ ਘਾਲਣਾ ਪੂਰਨ ਹੋ ਜਾਂਦੀ ਹੈ। ਤੁਸੀਂ ਜਿਹੜੇ ਕਰਮ ਕਰਦੇ ਹੋ ਉਹ ਕਰਮ ਉਦੋਂ ਪੂਰਨ ਹੁੰਦੇ ਆ ਜਦੋਂ ਉਹਨੂੰ ਸਿਮਰੀਏ। ਉਹਦੇ ਸਿਮਰਨ ਤੋਂ ਬਿਨਾਂ ਕੋਈ ਵੀ ਕਰਮ ਪੂਰਾ ਨਹੀਂ ਹੁੰਦਾ। ਜੇ ਤੁਸੀਂ ਇਸ਼ਨਾਨ ਕਰ ਆਏ ਤੇ ਆਖੀਏ ਪੂਰਾ ਹੋ ਗਿਆ, ਇਹ ਉਦੋਂ ਪੂਰਾ ਹੋਣਾ ਜਦੋਂ ਸਿਮਰਨ ਕਰੋਗੇ ਨਾਲ। ਸਿਮਰਨ ਤੋਂ ਬਿਨਾਂ ਇਸ਼ਨਾਨ ਅਧੂਰਾ ਹੈ। ਜਿੰਨੇ ਵੀ ਕਰਮ ਨੇ ਇਹ ਤਾਂ ਪੂਰੇ ਹੁੰਦੇ ਆ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ। ਸਾਧ ਸੰਗ ਨਾਨਕ ਰੰਗ ਮਾਣਿਆ। ਸਾਧ ਸੰਗਤ ਵਿੱਚ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਸੀਂ ਪਰਮੇਸ਼ਰ ਦੀ ਭਗਤੀ ਦਾ ਰੰਗ ਮਾਣਿਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਮਾਣਿਆ ਹੈ। ਘਰ ਆਇਆ ਪੂਰਾ ਗੁਰ ਆਣਿਆ। ਅਸੀਂ ਆਪਣੇ ਨਿਜ ਘਰ ਵਿੱਚ ਆ ਗਏ ਹਾਂ ਕਿਉਂਕਿ ਸਾਡੇ ਪੂਰੇ ਗੁਰੂ ਨੇ ਤਰਸ ਕਰਕੇ ਦਇਆ ਕਰਕੇ ਸਾਨੂੰ ਆਪਣੇ ਘਰ 'ਚ ਲੈ ਆਂਦਾ। ਪੂਰਾ ਗੁਰ ਆਣਿਆ, ਪੂਰਾ ਗੁਰੂ ਸਾਨੂੰ ਸਾਡੇ ਨਿਜ ਘਰ ਵਿੱਚ ਲੈ ਆਇਆ। ਪੂਰੇ ਗੁਰੂ ਦੀ ਦਇਆ ਨਾਲ, ਮਿਹਰ ਨਾਲ, ਕਿਰਪਾ ਨਾਲ ਅਸੀਂ ਆਪਣੇ ਨਿਜ ਘਰ ਵਿੱਚ ਆ ਸਮਾਏ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡੀਆਂ ਹਾਜ਼ਰੀਆਂ ਜੋ ਪੰਚਮੀ ਦੇ ਜੋੜ ਮੇਲਿਆਂ ਤੇ ਆਪ ਜੀ ਲਵਾ ਰਹੇ ਹੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਲਾ ਲੈਣ। ਸਾਡੇ ਕੀਤੇ ਇਸ਼ਨਾਨ ਸਤਿਗੁਰੂ ਜੀ ਸਫਲੇ ਕਰ ਦੇਣ। ਜਿੰਨੀਆਂ ਸੰਗਤਾਂ ਬਸੰਤ ਪੰਚਮੀ ਦੇ ਜੋੜ ਮੇਲਿਆਂ ਤੇ ਹਾਜ਼ਰੀਆਂ ਭਰ ਰਹੀਆਂ ਨੇ, ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਜਿਉ ਆਇਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਕੱਲ ਸਵੇਰੇ ਵੀਰਵਾਰ ਤੋਂ ਸਮੇਂ ਦੇ ਵਿੱਚ, ਸਵੇਰ ਦੇ ਸਮੇਂ ਵਿੱਚ ਔਰ ਸ਼ਾਮ ਦੀ ਕਥਾ ਦੇ ਸਮੇਂ ਵਿੱਚ ਵੀ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਤੋਂ ਸ਼ਬਦ ਦੀ ਜਿਹੜੀ ਕਥਾ ਹੈ ਅੰਮ੍ਰਿਤ ਵੇਲੇ, ਉਹ 6:45 ਤੋਂ 7:45 ਵਜੇ ਤੱਕ ਹੋਇਆ ਕਰੇਗੀ ਔਰ ਸ਼ਾਮ ਦੀ ਜਿਹੜੀ ਕਥਾ ਹੈ ਉਹ 5 ਤੋਂ 6 ਵਜੇ ਤੱਕ ਹੋਇਆ ਕਰੇਗੀ। ਆਪ ਸਾਰੀ ਸੰਗਤ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦਾ ਜਸ ਸਰਵਣ ਕਰਨਾ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੈ ਧਾਏ ਘਰ ਨੋ ਨਿਦ ਆਵੈ ਧਾਏ ਘਰ ਨੋ ਨਿਦ ਆਵੈ ਤਾਏ ਕਰ ਨੋ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ 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 ਜੀ ਕਾ ਖਾਲਸਾ